वाहिगुरु जी का खालसा, वाहिगुरु जी की फतेह। प्यारी साध संगत जीओ, आप जी ਨੂੰ ਇਹ ਦੱਸਦੇ ਹੋਏ ਅਤਿਅੰਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਇੱਕ ਉਪਰਾਲਾ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਅਸੀਂ ਸਾਰੇ ਰਾਗੀਆਂ ਨੂੰ ਲੈ ਕੇ ਇੱਕ ਪੇਜ ਬਣਾਇਆ ਹੈ, ਕੀਰਤਨ ਪ੍ਰਮੋਸ਼ਨ ਗਰੁੱਪ। ਇਸ ਗਰੁੱਪ ਵਿੱਚ ਅਸੀਂ ਰੋਜ਼ਾਨਾ ਰਾਤ ਨੂੰ 8 ਤੋਂ 10 ਵਜੇ ਤੱਕ ਸਾਰਾ ਪ੍ਰੋਗਰਾਮ ਜਿਹੜਾ ਹੈਗਾ ਕੀਰਤਨ ਦਾ ਉਹ ਅਸੀਂ ਰੋਜ਼ ਫੇਸਬੁੱਕ ਤੇ ਦਿਖਾਵਾਂਗੇ ਤੇ ਸਰਵਣ ਸੰਗਤਾਂ ਨੂੰ ਕਰਾਵਾਂਗੇ। ਕਿਉਂਕਿ ਜਿਹੜਾ ਹੁਣ ਸਮਾਂ ਚੱਲ ਰਿਹਾ ਲਾਕਡਾਊਨ ਦਾ ਪੀਰੀਅਡ ਹੈ, ਪਿਛਲੇ 2.5 ਮਹੀਨੇ ਤੋਂ ਸਾਡੇ ਸਾਰੇ ਰਾਗੀ ਸਿੰਘ ਘਰਾਂ 'ਚ ਬੈਠੇ ਨੇ ਤੇ ਕੋਈ ਸੇਵਾ ਨਹੀਂ ਨਿਭਾ ਪਾ ਰਹੇ ਨੇ, ਤੇ ਕਿਉਂ ਨਾ ਅਸੀਂ ਇਸ ਉਪਰਾਲੇ ਨੂੰ ਕਰਕੇ ਇੱਕ ਸਾਰੇ ਸਿੰਘਾਂ ਆਪਣੇ ਰਾਗੀ ਸਿੰਘਾਂ ਤੋਂ ਸਾਰੀ ਸੰਗਤਾਂ ਨੂੰ ਕੀਰਤਨ ਸਰਵਣ ਕਰਾਈਏ। ਔਰ ਜਿੱਥੇ ਗੁਰੂ ਮਹਾਰਾਜ ਜੀ ਨੇ ਵੀ ਇਹਨਾਂ ਸਿੰਘਾਂ ਨੂੰ ਰਾਗੀ ਸਿੰਘਾਂ ਨੂੰ ਭਲੋ ਕੀਰਤਨੀਆਂ ਦਾ ਦਰਜਾ ਦਿੱਤਾ ਹੈ, ਇਹ ਰਾਗੀ ਸਿੰਘ ਹਮੇਸ਼ਾ ਹੀ ਗੁਰੂ ਮਹਾਰਾਜ ਜੀ ਦੀਆਂ ਉਪਮਾ ਮਹਿਮਾ ਗੁਣਗਾਨ ਕਰਦੇ ਹਨ ਤੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਦੇ ਹਨ। ਆਓ ਅਸੀਂ ਇਹਨਾਂ ਦੇ ਨਾਲ ਇੱਕ ਉਪਰਾਲਾ ਕਰੀਏ ਕਿ ਜਿਹੜਾ ਵੀ ਇਹ ਕੀਰਤਨ ਜੱਥਾ ਬੈਠੇਗਾ, ਕੀਰਤਨੀ ਜੱਥਾ ਬੈਠੇਗਾ, ਕੀਰਤਨ ਕਰੇਗਾ, ਅਸੀਂ ਉਹਨਾਂ ਦਾ ਅਕਾਊਂਟ ਨੰਬਰ ਪੇਟੀਐਮ ਨੰਬਰ ਥੱਲੇ ਲਾਲ ਪੱਟੀ ਚਲਾਵਾਂਗੇ ਤੇ ਆਪ ਜੀ ਕੀਰਤਨ ਦੇ ਸਤਿਕਾਰ ਵਜੋਂ ਜੋ ਵੀ ਮਾਇਆ ਆਪ ਜੀ ਪਾਣਾ ਚਾਹੋ ਇਹਨਾਂ ਰਾਗੀ ਸਿੰਘਾਂ ਦੇ ਖਾਤੇ ਵਿੱਚ ਪੇਟੀਐਮ ਰਾਹੀਂ ਡਾਇਰੈਕਟ ਪਾ ਸਕਦੇ ਹੋਗੇ। ਤੇ ਮੈਂ ਸੋਚਦਾ ਕਿ ਬਹੁਤ ਇੱਕ ਅੱਛਾ ਉਪਰਾਲਾ ਹੈ। ਅਸੀਂ ਪਹਿਲਾਂ ਵੀ ਗੁਰਦੁਆਰੇ ਗੁਰੂ ਘਰਾਂ ਜਾਂਦੇ ਸੀ, ਸਮਾਗਮਾਂ ਤੇ ਜਾਂਦੇ ਸੀ, ਹਰ ਜਗ੍ਹਾ ਹਰ ਥਾਂ ਤੇ ਪਹੁੰਚਦੇ ਸੀ ਤੇ ਸਾਡੇ ਜਿਹੜੇ ਗੁਰਸਿੱਖ ਨੇ ਉਹ ਜ਼ਰੂਰ ਇਹ ਵਾਲੀ ਸੇਵਾ ਜ਼ਰੂਰ ਨਿਭਾਉਂਦੇ ਨੇ। ਇਹ ਕੀਰਤਨ ਦਾ ਸਤਿਕਾਰ ਹੈ, ਸਤਿਕਾਰ ਵਜੋਂ ਇਹ ਮਾਇਆ ਦਿੱਤੀ ਜਾਂਦੀ ਹੈ। ਤੇ ਆਓ ਅਸੀਂ ਇਸ ਪ੍ਰਥਾ ਨੂੰ ਅੱਗੇ ਤੋਰਦੇ ਹੋਏ ਕਿਉਂ ਨਾ ਅਸੀਂ ਇਸ ਕੰਮ ਨੂੰ ਕਰੀਏ, ਕਿਉਂਕਿ ਅੱਗੇ ਵੀ ਕੋਈ ਲਾਕਡਾਊਨ ਦਾ ਜਿਹੜਾ ਪੀਰੀਅਡ ਹੈ ਅੱਗੇ ਵੀ ਇਸ ਤਰ੍ਹਾਂ ਹੀ ਰਹਿਣਾ ਹੈ, ਕੋਈ ਅੱਛੇ ਆਸਾਰ ਨਜ਼ਰ ਨਹੀਂ ਆ ਰਹੇ ਨੇ। ਤੇ ਆਓ ਅਸੀਂ ਇਹ ਵਾਲਾ ਕੰਮ ਅੱਛਾ ਕੰਮ ਕਰੀਏ। ਤੇ ਮੇਰੀ ਇੱਕ ਬੇਨਤੀ, ਇੱਕ ਛੋਟਾ ਜਿਹਾ ਉਪਰਾਲਾ ਹੈ, ਇਸ ਉਪਰਾਲੇ ਨੂੰ ਸੰਗਤਾਂ ਮੇਰੀ ਬੇਨਤੀ ਨੂੰ ਮੰਨ ਕੇ, ਮੇਰੀ ਜੋਦੜੀ ਬੇਨਤੀ ਨੂੰ ਮੰਨ ਕੇ ਅੱਗੇ ਅਸੀਂ ਜ਼ਰੂਰ ਸਰਵਣ ਕਰਾਂਗੇ। ਰੋਜ਼ 5-6 ਰਾਗੀ ਸਿੰਘਾਂ ਦੇ ਪ੍ਰਚਾਰਕਾਂ ਦੇ ਜੋ ਵੀ ਹੈ ਅਸੀਂ ਇਸ ਫੇਸਬੁੱਕ ਤੇ ਸੰਗਤਾਂ ਨੂੰ ਦਰਸ਼ਨ ਕਰਾਵਾਂਗੇ। ਔਰ ਸਮੇਂ ਅਸੀਂ ਰੋਜ਼ ਰਾਤ ਦਾ 8 ਤੋਂ 10 ਵਜੇ ਦਾ ਰੱਖਾਂਗੇ। ਤੇ ਆਓ ਸਾਡੇ ਰਾਗੀ ਸਿੰਘ ਬੈਠ ਰਹੇ ਨੇ ਤੇ ਆਪ ਜੀ ਇਹਨਾਂ ਤੋਂ ਸੁਰੀਲੀ ਮਿੱਠੀ ਆਵਾਜ਼ ਵਿੱਚ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। दिखा सब संसार सुख ना तन 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 हो सीसा जाने जीवन जीवन Thank you.
ਰੰਗ ਰੂਪ ਰਸ ਬਾਦ ਕੇ ਗਲੇ ਪਰਾਣੀਆਂ ਜਿਸ ਭੁਲਾਇਆ ਇਸ ਕਲ ਨਹੀਂ ਜਾਣੀਆਂ ਜਿਸ ਭੁਲਾਇਆ ਇਸ ਕਲ ਨਹੀਂ ਜਾਣੀਆਂ ਧਨ ਧਨ ਹੋਸੀ ਜਾਣੇ ਕੋਏ ਜਨ ਧਨ ਧਨ ਹੋਸੀ ਜਾਣੇ ਕੋਏ ਜਨ ਸਭ ਸੁਖ ਨਾਮ ਸੁਖ ਨਾਮ ਰੰਗ ਰੰਗੇ ਨਿਰਵਾਣ ਸੱਚਾ ਗਾਹੀ ਰੰਗ ਰੰਗੇ ਨਿਰਵਾਣ ਸੱਚਾ ਰੰਗ ਰਤੇ ਸਚਾ ਰੰਗ ਰਤੇ ਨਿਰਵਾਣ ਸੱਚਾ ਗਾਵਈ ਨਾਨਕ ਸ਼ਰਨ ਗੁਆਰ ਜੇ ਤੁਧ ਪਾਵਈ
जी की बिरथा सो गुर पे अरदास करो गुर पे अरदास करो सो गुर पे अरदास करो गुर पे अरदास करो छोड़ से बस मन तने रंग तारे छोड़ से बस मन तने रंग तारे जी की बिरथा होए जी की बिरथा होए सो गुर पे अरदास करो गुर पे अरदास करो सो गुर पे अरदास करो गुर पे अरदास करो पूजो गुर के वेद गुरमत पूजो गुर के वेद गुरमत सब जना के संग अब जल बिठावन सब जना के संग अब जल बिठावन जी की बिरथा होए जी की बिरथा होए सो गुर पे अरदास करो गुर पे अरदास करो सो गुर पे अरदास करो गुर पे अरदास करो सेवा सतगुरुदेव अगे न मानो डर सेवा सतगुरुदेव अगे
ਗੁਰ ਤੇ ਅਰਦਾਸ ਕਰ ਸੋ ਗੁਰ ਤੇ ਅਰਦਾਸ ਕਰ ਗੁਰ ਤੇ ਅਰਦਾਸ ਕਰ ਮਨ ਕੋ ਹੋਏ ਸੰਤੋਖ ਤੇਰਾ ਇਹ ਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀਓ, ਆਪ ਜੀ ਨੂੰ ਇਹ ਦੱਸਦੇ ਹੋਏ ਅਤਿਅੰਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਇੱਕ ਉਪਰਾਲਾ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਅਸੀਂ ਸਾਰੇ ਰਾਗੀਆਂ ਨੂੰ ਲੈ ਕੇ ਇੱਕ ਪੇਜ ਬਣਾਇਆ ਹੈ, ਕੀਰਤਨ ਪ੍ਰਮੋਸ਼ਨ ਗਰੁੱਪ। ਇਸ ਗਰੁੱਪ ਵਿੱਚ ਅਸੀਂ ਰੋਜ਼ਾਨਾ ਰਾਤ ਨੂੰ 8 ਤੋਂ 10 ਵਜੇ ਤੱਕ ਸਾਰਾ ਪ੍ਰੋਗਰਾਮ ਜਿਹੜਾ ਹੈਗਾ ਕੀਰਤਨ ਦਾ ਉਹ ਅਸੀਂ ਰੋਜ਼ ਫੇਸਬੁੱਕ ਤੇ ਦਿਖਾਵਾਂਗੇ ਤੇ ਸਰਵਣ ਸੰਗਤਾਂ ਨੂੰ ਕਰਾਵਾਂਗੇ। ਕਿਉਂਕਿ ਜਿਹੜਾ ਹੁਣ ਇਹ ਸਮਾਂ ਚੱਲ ਰਿਹਾ ਲੋਕਡਾਊਨ ਦਾ ਪੀਰੀਅਡ ਹੈ, ਪਿਛਲੇ 2.5 ਮਹੀਨੇ ਤੋਂ ਸਾਡੇ ਸਾਰੇ ਰਾਗੀ ਸਿੰਘ ਘਰਾਂ 'ਚ ਬੈਠੇ ਨੇ। ਤੇ ਗੁਰੂ ਮਹਾਰਾਜ ਜੀ ਨੇ ਵੀ ਇਹਨਾਂ ਸਿੰਘਾਂ ਨੂੰ ਰਾਗੀ ਸਿੰਘਾਂ ਨੂੰ ਭਲੋ ਕੀਰਤਨੀਆਂ ਦਾ ਦਰਜਾ ਦਿੱਤਾ ਹੈ। ਇਹ ਰਾਗੀ ਸਿੰਘ ਹਮੇਸ਼ਾ ਹੀ ਗੁਰੂ ਮਹਾਰਾਜ ਜੀ ਦੀਆਂ ਉਪਮਾ ਮਹਿਮਾ ਗੁਣਗਾਨ ਕਰਦੇ ਹਨ ਤੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਦੇ ਹਨ। ਆਓ ਅਸੀਂ ਇਹਨਾਂ ਦੇ ਨਾਲ ਇੱਕ ਉਪਰਾਲਾ ਕਰੀਏ ਕਿ ਜਿਹੜਾ ਵੀ ਇਹ ਕੀਰਤਨ ਜੱਥਾ ਬੈਠੇਗਾ, ਕੀਰਤਨੀ ਜੱਥਾ ਬੈਠੇਗਾ, ਕੀਰਤਨ ਕਰੇਗਾ, ਅਸੀਂ ਉਹਨਾਂ ਦਾ ਅਕਾਊਂਟ ਨੰਬਰ, ਪੇਟੀਐਮ ਨੰਬਰ ਥੱਲੇ ਨਾਲ ਪੱਟੀ ਚਲਾਵਾਂਗੇ ਤੇ ਆਪ ਜੀ ਕੀਰਤਨ ਦੇ ਸਤਿਕਾਰ ਵਜੋਂ ਜੋ ਵੀ ਮਾਇਆ ਆਪ ਜੀ ਪਾਣਾ ਚਾਹੋ ਇਹਨਾਂ ਰਾਗੀ ਸਿੰਘਾਂ ਦੇ ਖਾਤੇ ਵਿੱਚ ਪੇਟੀਐਮ ਰਾਹੀਂ ਡਾਇਰੈਕਟ ਪਾ ਸਕਦੇ ਹੋਗੇ। ਤੇ ਆਓ ਸਾਡੇ ਰਾਗੀ ਸਿੰਘ ਬੈਠ ਰਹੇ ਨੇ ਤੇ ਆਪ ਜੀ ਇਹਨਾਂ ਤੋਂ ਸੁਰੀਲੀ ਮਿੱਠੀ ਆਵਾਜ਼ ਵਿੱਚ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अब कैसे मरो
अब कैसे मरो, अब कैसे मरो। मरना मरना कहे सब कोई, मरना मरना
ਬੇਈਮਾਨ ਤੇ ਮੁਸਲਮਾਨ। ਮਾਨ ਤਾਂ ਦੋਨਾਂ ਦੇ ਪਿੱਛੇ ਲੱਗਾ, ਬੇਈ ਤੇ ਮੁਸਲ। ਸਿਰਫ ਅੱਧਾ ਅਲਫਾਜ਼ ਬਦਲਿਆ ਤੇ ਧੰਨ ਗੁਰੂ ਹਰਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਸੀ, ਪੁੱਤਰ ਜਿਸ ਬਾਣੀ ਨੇ ਦੁਨੀਆ ਦਾ ਉਧਾਰ ਕਰਨਾ ਸੀ, ਜਿਸ ਬਾਣੀ ਨੇ ਸਾਰੀ ਦੁਨੀਆ ਦਾ ਉਧਾਰ ਕਰਨਾ ਸੀ, ਮੇਰੇ ਲਾਲ ਤੂੰ ਸਾਡੀ ਸ਼ਾਨ ਦੇ ਖਿਲਾਫ ਕੁਝ ਬੋਲ ਦਿੰਦਾ। ਪਰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਜੇ ਤੂੰ ਬਾਣੀ ਦਾ ਸਤਿਕਾਰ ਨਹੀਂ ਕਰ ਸਕਦਾ ਤੇ ਅੱਜ ਤੋਂ ਬਾਅਦ ਤੂੰ ਸਾਡੇ ਮੱਥੇ ਨਹੀਂ ਲੱਗਣਾ ਹੈ। ਆਖੋ ਸਤਨਾਮ ਸ੍ਰੀ। ਜੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੁਰਬ ਮਨਾ ਰਹੇ ਹੋ ਤਾਂ ਇਹ ਗੱਲ ਹਮੇਸ਼ਾ ਯਾਦ ਰੱਖਣਾ, ਜਿਸ ਗੁਰੂ ਦੇ ਪਾਵਨ ਦਿਨ ਮਨਾਉਂਦੇ ਪਏ ਹੋ, ਜਿਨ੍ਹਾਂ ਦੇ ਇਤਿਹਾਸ ਨੂੰ ਤੁਸੀਂ ਸੁਣਦੇ ਪਏ ਹੋ, ਜਿਨ੍ਹਾਂ ਦੀ ਪਾਵਨ ਬਾਣੀ ਨੂੰ ਸੁਣਦੇ ਪਏ ਹੋ, ਉਹਨਾਂ ਨੇ ਅੱਧਾ ਅਲਫਾਜ਼ ਵੀ ਸਹਿਨ ਨਹੀਂ ਕੀਤਾ ਸੀ ਵੀ ਜੇ ਬਾਬੇ ਨਾਨਕ ਦੀ ਬਾਣੀ ਦਾ ਅੱਧਾ ਅਲਫਾਜ਼ ਤੁਸੀਂ ਚੇਂਜ ਕਰ ਦਿੱਤਾ ਤੇ ਤੁਸੀਂ ਸਾਡੇ ਕੁਝ ਨਹੀਂ ਲੱਗਦੇ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਕੱਚੀਆਂ ਪਿੱਲੀਆਂ ਗੱਲਾਂ ਕਹਿ ਕੇ ਤੁਰ ਜਾਂਦੇ ਨੇ, ਬਾਣੀ ਨੂੰ ਤੋੜ ਮਰੋੜ ਕੇ ਜਿਹੜਾ ਪੇਸ਼ ਕਰ ਦਿੰਦੇ ਨੇ। ਪਰ ਸਾਡੇ ਵਿੱਚ ਜੁਰਤ ਨਹੀਂ ਹੁੰਦੀ ਕਿ ਉੱਠ ਕੇ ਕਹਿ ਸਕੀਏ ਕਿ ਭਾਈ ਸਾਹਿਬ ਇਹ ਕੱਚੀਆਂ ਜੀਆਂ ਗੱਲਾਂ ਕੀ ਕਰਦੇ ਪਏ ਹੋ, ਇਹ ਕੱਚੀਆਂ ਧਾਰਨਾ ਜੀਆਂ ਕਿਉਂ ਪੜ੍ਹਦੇ ਪਏ ਹੋ। ਤੁਸੀਂ ਬਾਣੀ ਦਾ ਸਤਿਕਾਰ ਕਰੋ, ਬਾਣੀ ਦੇ ਨਾਲ ਜੁੜੋ, ਬਾਣੀ ਦੇ ਨਾਲ ਸਾਨੂੰ ਜੋੜੋ। ਪਰ ਜੇ ਇਹ ਹਿੰਮਤ ਸਾਡੇ ਅੰਦਰ ਨਹੀਂ ਆਈ ਤਾਂ ਮੈਨੂੰ ਮਾਫ ਕਰ ਦੇਣਾ ਸਾਧ ਸੰਗਤ ਜੀ, ਫਿਰ ਆਪਾਂ ਜਿੰਨੇ ਮਰਜ਼ੀ ਗੁਰਪੁਰਬ ਮਨਾਉਂਦੇ ਰਹੀਏ, ਸਾਡੀ ਜ਼ਿੰਦਗੀ ਦੇ ਵਿੱਚ ਕਦੀ ਬਖਸ਼ਿਸ਼ ਨਹੀਂ ਹੋ ਸਕਦੀ। ਧਿਆਨ ਦੇਣਾ। ਔਰ ਬੜੀ ਖੁਸ਼ੀ ਦੀ ਗੱਲ ਹੈ, 100 ਅਖੰਡ ਪਾਠ ਰੱਖੇ ਹੋਣ ਤੇ ਸੁਣਨ ਵਾਲੇ 10 ਨਾ ਹੋਣ, ਇਹ ਬੇਅਦਬੀ ਹੈ। ਆਖੋ ਸਤਨਾਮ ਸ੍ਰੀ। 100 ਸੁਣਨ ਵਾਲੇ ਹੋਣ ਤੇ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਇੱਕ ਬਾਣੀ ਦਾ ਪ੍ਰਵਾਹ ਚੱਲਦਾ ਹੋਵੇ ਤਾਂ ਗੱਲ ਬਣਦੀ ਹੈ। ਐਸੀਆਂ ਗੱਲਾਂ ਦੇ ਵਿੱਚ ਜੋੜਨਾ ਤਾਂ ਅਸੀਂ ਗੁਰੂ ਦੇ ਸ਼ਬਦ ਦੇ ਨਾਲ ਸੀ, ਪਰ ਸਾਨੂੰ ਬਾਹਰ ਦੀ ਦਿੱਖ ਦੇ ਨਾਲ ਹੀ ਜੋੜ ਦਿੱਤਾ ਗਿਆ। ਆਖੋ ਸਤਨਾਮ ਸ੍ਰੀ। ਸਾਨੂੰ ਬਾਹਰ ਦੀ ਦਿੱਖ ਨਾਲ ਜੋੜ ਦਿੱਤਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦਾ ਸਤਿਕਾਰ ਗੁਰੂ ਹਰਿ ਮਹਾਰਾਜ ਜੀ ਨੇ ਜੋ ਸਾਨੂੰ ਦੱਸਿਆ, ਔਰ ਸੱਚ ਕਰਕੇ ਜਾਣਿਓ, ਗੁਰੂ ਹਰਿ ਮਹਾਰਾਜ ਜੀ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਵੀ ਕਿੰਨੇ ਸਾਡੇ ਲਈ ਪੂਰਨੇ ਪਾਏ ਆ। 8 ਸਾਲਾਂ ਦਾ ਜੀਵਨ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਰਸੁਰਾਮ ਪਹੁੰਚਿਆ। ਇਹ ਪਰਸੁਰਾਮ ਕੌਣ ਸੀ? ਮਿਰਜ਼ਾ ਰਾਜਾ ਜੈ ਸਿੰਘ ਨੇ ਇਹਨੂੰ ਭੇਜਿਆ ਸੀ। ਮਿਰਜ਼ਾ ਰਾਜਾ ਜੈ ਸਿੰਘ ਉਹ ਹੈ ਜਿਹਦੇ ਨਾਂ ਤੇ ਜੈਪੁਰ ਵਸਿਆ ਹੋਇਆ ਹੈ। ਆਖੋ ਸਤਨਾਮ ਸ੍ਰੀ। ਮਿਰਜ਼ਾ ਰਾਜਾ ਜੈ ਸਿੰਘ ਦੇ ਪਿਤਾ ਦਾ ਨਾਂ ਸੀ ਮਹਾ ਸਿੰਘ ਤੇ ਮਹਾ ਸਿੰਘ ਦੇ ਪਿਤਾ ਦਾ ਨਾਂ ਸੀ ਬਾਹੂ ਸਿੰਘ। ਤੇ ਤੁਸੀਂ ਹੈਰਾਨ ਹੋ ਜਾਵੋਗੇ, ਅੱਜ ਪੂਰਾ ਹਿੰਦੁਸਤਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਆ ਕੇ ਸਿਜਦਾ ਕਰ ਸਕਦਾ, ਪਰ ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਅੱਜ ਤੱਕ ਇਤਿਹਾਸ ਦੀ ਉਹ ਖੋਜ ਹੀ ਨਹੀਂ ਕੀਤੀ ਕਿ ਗੁਰੂ ਹਰਕ੍ਰਿਸ਼ਨ ਮਹਾਰਾਜ, ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਿਹੜੇ 52 ਰਾਜੇ ਗਵਾਲੀਅਰ ਦੇ ਕਿਲੇ ਵਿੱਚੋਂ ਛੁਡਵਾਏ ਸੀ, ਉਹ 52 ਰਾਜੇ ਕਿਹੜੇ ਸਨ? ਧਿਆਨ ਦੇਣਾ, ਉਹ 52 ਰਾਜੇ ਕਿਹੜੇ ਸਨ? ਉਹਨਾਂ 52 ਰਾਜਿਆਂ ਵਿੱਚੋਂ ਕੁਝ 22 ਧਰ ਦੇ ਰਾਜੇ ਸਨ ਤੇ ਕੁਝ ਇਹ ਜੈਪੁਰ ਵਾਲੇ ਇਲਾਕੇ ਦੀਆਂ ਰਿਆਸਤਾਂ ਦੇ ਰਾਜੇ ਸਨ। ਤੇ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜਿਹੜੇ ਉਹ 52 ਰਿਆਸਤਾਂ ਦੇ ਰਾਜੇ ਛਡਵਾਏ। ਤੇ ਖਿਆਲ ਕਰਨਾ, ਮਿਰਜ਼ਾ ਰਾਜਾ ਜੈ ਸਿੰਘ ਐਵੇਂ ਗੁਰੂ ਘਰ ਦਾ ਸ਼ਰਧਾਲੂ ਨਹੀਂ ਬਣ ਗਿਆ ਸੀ। ਇਹਦੇ ਬਜ਼ੁਰਗਾਂ ਵਿੱਚੋਂ ਵੀ ਇੱਕ ਰਾਜਾ ਜਿਹੜਾ ਉਸ ਗਵਾਲੀਅਰ ਦੇ ਕਿਲੇ ਵਿੱਚ ਕੈਦ ਸੀ। ਆਖੋ ਸਤਨਾਮ ਸ੍ਰੀ। ਦੂਸਰਾ ਰਾਜਾ ਬਰੇਲੀ ਦੇ ਕੋਲ ਪੀਲੀਭੀਤ ਨਾਂ ਦਾ ਸ਼ਹਿਰ ਪੈਂਦਾ। ਪੀਲੀਭੀਤ ਦਾ ਰਾਜਾ ਬਾਜ ਬਹਾਦਰ ਸਿੰਘ, ਜਿਹਨੂੰ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਉਸ ਗਵਾਲੀਅਰ ਦੇ ਕਿਲੇ ਵਿੱਚ ਛਡਵਾਇਆ ਸੀ। ਤੀਸਰਾ ਰਾਜਾ ਅਜਮੇਰ ਚੰਦ, ਉਹਦਾ ਬਾਪੂ ਭੀਮ ਚੰਦ, ਭੀਮ ਚੰਦ ਦਾ ਬਾਪੂ ਹੈ ਦੀਪ ਚੰਦ। ਤੇ ਰਾਜਾ ਦੀਪ ਚੰਦ ਨੂੰ ਜਿਹੜਾ ਸੀ
ਉਹਨੂੰ ਵੀ ਗਵਾਲੀਅਰ ਦੇ ਕਿਲੇ ਵਿੱਚੋਂ ਧੰਨ ਸਾਹਿਬ ਸ੍ਰੀ ਹਰਿਗੋਬਿੰਦ ਪਾਤਸ਼ਾਹ ਨੇ ਛੁਡਵਾਇਆ ਸੀ। ਇਹ ਕਿੱਡਾ ਵੱਡਾ ਸਾਡਾ ਇਤਿਹਾਸ ਹੈ। ਸਿਰਫ 3-4 ਰਾਜਿਆਂ ਦੀ ਜਾਣਕਾਰੀ ਮਿਲਦੀ ਹੈ, ਪਰ ਜੇ 52 ਰਾਜਿਆਂ ਦੀ ਜਾਣਕਾਰੀ ਇਕੱਠੀ ਕੀਤੀ ਜਾਵੇ ਤੇ ਮੈਂ ਸਮਝਦਾ ਹਾਂ ਕਿ ਅੱਜ ਸਾਰਾ ਹਿੰਦੁਸਤਾਨ ਜਿਹੜਾ ਹੈ ਉਹ ਧੰਨ ਗੁਰੂ ਹਰਿਗੋਬਿੰਦ ਪਾਤਸ਼ਾਹ ਦੇ ਚਰਨਾਂ ਵਿੱਚ ਝੁਕ ਸਕਦਾ ਹੈ। ਪਰ ਇਹ ਮੁਹਤਾਜ ਹੈ ਖੋਜ ਦਾ, ਅਸੀਂ ਉਹ ਚੀਜ਼ ਤੇ ਖੋਜ ਨਹੀਂ ਕਰ ਸਕੇ। ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਹਰਿਰਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਕੁੱਲ 31 ਸਾਲ ਦੀ ਉਮਰ ਹੈ ਜੀ। 1630 ਵਿੱਚ ਪ੍ਰਕਾਸ਼ ਹੁੰਦਾ, 1661 ਦੇ ਵਿੱਚ ਜਿਹੜਾ ਹੈ ਜੋਤੀ ਜੋਤ ਸਮਾਉਂਦੇ ਨੇ। 31 ਸਾਲ ਦੀ ਉਮਰ ਗੁਰੂ ਹਰਿਰਾਏ ਮਹਾਰਾਜ ਜੀ ਦੀ, ਤੇ ਜਦੋਂ ਆਪਣੇ ਪੁੱਤਰ ਨੂੰ ਦਿੱਲੀ ਦੀ ਧਰਤੀ ਤੇ ਭੇਜਿਆ ਤੇ ਦਿੱਲੀ ਦੀ ਧਰਤੀ ਤੇ ਜਾ ਕੇ ਉਹਦੀ ਸਾਂਠ ਗਾਂਠ ਜਿਹੜੀ ਆ ਔਰੰਗਜ਼ੇਬ ਨਾਲ ਹੋ ਜਾਂਦੀ ਹੈ। ਸਾਡੇ 'ਚ ਇੱਕ ਇਹ ਵੀ ਬਦਕਿਸਮਤੀ ਹੈ, ਧਰਮ ਤੇ ਰਾਜਨੀਤੀ ਇਹ ਦੋਨੋਂ ਇਕੱਠੇ ਚੱਲਦੇ ਨੇ, ਪਰ ਦੋਨਾਂ ਵਿੱਚ ਇੱਕ ਫਰਕ ਹੈ। ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਸਾਨੂੰ ਰਾਜ ਵੀ ਚਾਹੀਦਾ ਤੇ ਸਾਨੂੰ ਜਿਹੜਾ ਹੈ ਧਰਮ ਵੀ ਚਾਹੀਦਾ ਹੈ। ਪਰ ਫਰਕ ਕੀ ਹੈ? ਜਿਹੜਾ ਰਾਜ ਹੈ ਉਹ ਪੈਰ ਦੀ ਜੁੱਤੀ ਹੈ, ਜਿਹੜਾ ਧਰਮ ਹੈ ਉਹ ਸਿਰ ਦੀ ਪੱਗ ਹੈ। ਉਹ ਪੱਗ ਹੈ, ਇੰਨਾ ਫਰਕ ਹੈ ਸਿਰ। ਜਦੋਂ ਬਾਬਾ ਰਾਮ ਰਾਏ ਜੀ ਗਏ ਦਿੱਲੀ ਦੀ ਧਰਤੀ ਤੇ ਉੱਥੇ ਜਾ ਕੇ ਉਹਨਾਂ ਨੇ ਔਰੰਗਜ਼ੇਬ ਨੂੰ ਖੁਸ਼ ਕਰ ਦਿੱਤਾ, ਤੇ ਔਰੰਗਜ਼ੇਬ ਦੇ ਨਾਲ ਜੋ ਬਾਬਾ ਰਾਮ ਰਾਏ ਜੀ ਗਏ ਉਹਨਾਂ ਦੇ ਨਾਲ ਗੁਰਬਖਸ਼, ਗੁਰਦਾਸ ਤੇ ਤਾਰਾ 5 ਦੇ ਕਰੀਬ ਮਸੰਦ ਨਾਲ ਜਾਂਦੇ ਨੇ। ਤੇ ਗੁਰਬਖਸ਼ ਵਰਗਿਆਂ ਨੇ ਚੁੱਕਣਾ ਦੇ ਦਿੱਤੀ ਕਿ ਬਾਬਾ ਰਾਮ ਰਾਏ ਜੀ ਬਾਦਸ਼ਾਹ ਨਾਲ ਵਿਗਾੜਨੀ ਨਹੀਂ ਚਾਹੀਦੀ, ਇਹਨਾਂ ਨਾਲ ਬਣਾ ਕੇ ਰੱਖੋ। ਔਰ ਮੈਂ ਇੱਕ ਬੇਨਤੀ ਕਰ ਦੇਵਾਂ, ਔਰੰਗਜ਼ੇਬ ਵਿੱਚ ਲੱਖਾਂ ਐਬ ਹੋਣ, ਭਾਵੇਂ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਲੱਖ ਦੁਸ਼ਮਣ ਹੋਵੇ, ਪਰ ਉਹਦੀ ਇੱਕ ਖੂਬੀ ਇਹ ਵੀ ਹੈ ਕਿ ਔਰੰਗਜ਼ੇਬ ਭਾਵੇਂ ਦਿੱਲੀ ਦੀ ਧਰਤੀ ਤੇ ਰਹਿੰਦਾ ਹੈ, ਪਰ ਉਹਨੂੰ ਗੁਰਬਾਣੀ ਦੇ ਬਾਰੇ ਪੂਰੀ ਜਾਣਕਾਰੀ ਹੈ। ਆਖੋ ਸਤਨਾਮ ਸ੍ਰੀ ਜਾਣਕਾਰੀ ਹੈ। ਔਰ ਸਾਨੂੰ ਅੱਜ ਤੱਕ ਨਹੀਂ ਪਤਾ ਲੱਗ ਸਕਿਆ ਕਿ ਮਿੱਟੀ ਮੁਸਲਮਾਨ ਕੀ ਪੈੜੇ ਪੇ ਘੁਮਿਆਰ ਵਾਲਾ ਪਾਵਨ ਸ਼ਲੋਕ, ਪਾਵਨ ਬਚਨ ਹੈ ਕਿੱਥੇ। ਪਰ ਔਰੰਗਜ਼ੇਬ ਬਾਦਸ਼ਾਹ ਜਿਹਦਾ ਪਾਲਣ ਪੋਸ਼ਣ, ਜਿਹਦੀ ਪੜ੍ਹਾਈ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਹੋਈ ਸੀ, ਉਹ ਪੰਜਾਬ ਦੀ ਧਰਤੀ ਤੇ ਰਿਹਾ ਸੀ, ਉਹਨੂੰ ਗੁਰਬਾਣੀ ਬਾਰੇ ਗਿਆਨ ਸੀ, ਤੇ ਇਹੀ ਕਾਰਨ ਸੀ ਕਿ ਉਹਨੇ ਗੁਰਬਾਣੀ ਦੇ ਵਿੱਚ ਇੱਕ ਸਵਾਲ ਖੜਾ ਕੀਤਾ ਹੈ। ਮੈਂ ਕਹਿੰਦਾ ਔਰੰਗਜ਼ੇਬ ਵਿੱਚ ਲੱਖਾਂ ਐਬ ਹੋਣ, ਪਰ ਇੱਕ ਗੁਣ ਤਾਂ ਉਹਦੇ ਵਿੱਚ ਸੀ ਵੀ ਉਹਨੂੰ ਗੁਰਬਾਣੀ ਦੀ ਸੋਝੀ ਹੈ, ਗੁਰਬਾਣੀ ਦੀ ਸਮਝ ਹੈ। ਤੇ ਸਾਨੂੰ ਅੱਜ ਗੁਰਬਾਣੀ ਦੀ ਸਮਝ ਨਹੀਂ ਹੈ, ਸਾਨੂੰ ਨਹੀਂ ਪਤਾ ਗੁਰਬਾਣੀ ਦੀ, ਸਾਨੂੰ ਸਮਝ ਨਹੀਂ ਹੈ। ਸਾਡਾ ਕੰਮ ਥੋੜਾ ਗੁਰਬਾਣੀ ਪੜ੍ਹਨਾ। ਭਾਈ ਸਾਹਿਬ ਜੀ ਕਿੰਨੀ ਮੋਖ ਹੈ ਜੀ, 6100 5100 ਮੋਖ ਮਿਲ ਜਾਵੇਗੀ। ਪਾਠ ਆਰੰਭ ਕਰ ਦਿੱਤੇ, ਪਰਿਵਾਰ ਵਾਲੇ ਆਏ, 5 ਪੌੜੀਆਂ ਮਸਾਂ ਬੈਠ ਕੇ ਸੁਣਦੇ ਨੇ। ਉਹਦੇ ਵਿੱਚ ਵੀ ਕਈ ਵਾਰ ਫੋਨ ਆ ਜਾਂਦੇ ਨੇ। ਆਖੋ ਸਤਨਾਮ ਸ੍ਰੀ 5 ਪੌੜੀਆਂ ਨਹੀਂ ਸੁਣਦੇ, ਕੜਾ ਪ੍ਰਸ਼ਾਦ ਦੀ ਦੇਗ ਲਈ ਚਲੇ ਗਏ। ਕੱਲ ਨੂੰ ਮੱਧ ਆਵੇਗਾ, ਪਰਸੋਂ ਭੋਗ ਕਿੰਨੇ ਵਜੇ ਹੈ ਜੀ, 10 ਵਜੇ ਭੋਗ ਪੈਣਗੇ। ਤੇ ਫੋਨ ਕਰ ਕਰਕੇ ਸੱਦਣਾ ਪੈਂਦਾ, ਜੀ ਆ ਜਾਓ, 9ਵੇਂ ਪਾਤਸ਼ਾਹ ਦੇ ਸ਼ਲੋਕ ਸ਼ੁਰੂ ਹੋ ਚੁੱਕੇ ਨੇ, ਆ ਜਾਓ ਆ ਜਾਓ। ਤੇ ਘਰ ਵਾਲੇ ਕਹਿੰਦੇ ਜੀ ਬਸ ਤੁਰਨ ਲੱਗੇ ਆ, ਸਾਡਾ ਸ਼ੈਂਕੀ ਅਜੇ ਬਾਥਰੂਮ ਦੇ ਵਿੱਚ ਵੜਿਆ ਹੋਇਆ, ਉਹ ਨਿਕਲੇਗਾ ਤਾਂ ਫੇਰ ਆਵਾਂਗੇ। ਆਖੋ ਸਤਨਾਮ ਸ੍ਰੀ। ਇਹ ਸਤਿਕਾਰ ਅਸੀਂ ਕਰਦੇ ਪਏ ਆ, ਇਹ ਸਤਿਕਾਰ ਅਸੀਂ ਕਰਦੇ ਪਏ ਆ ਵੀ ਸਾਡਾ ਮੁੰਡਾ ਤੇ ਬਾਥਰੂਮ 'ਚ ਜੇ ਵੜਿਆ ਹੋਇਆ, ਅੱਜ ਉਹਨੂੰ ਤਿਆਰ ਹੋ ਲੈਣ ਤੋਂ। ਭਾਈ ਸਾਹਿਬ ਜੀ ਹੌਲੀ ਹੌਲੀ ਕਰੋ। ਹੁਣ ਸੱਚ ਕਰਕੇ ਜਾਣਿਓ, ਇੱਕ ਪਾਸੇ ਆਪਣਾ ਗੁਰੂ ਵੀ ਕਹਿੰਦੇ ਆ, ਤੇ ਗੁਰੂ ਤਾਂ ਉਹ ਹੁੰਦਾ ਜਿਹੜਾ ਇੱਕ ਬਚਨ ਆਖੇ ਵੀ ਹਾਂ ਮੈਨੂੰ ਇੱਕ ਸੀਸ ਦੀ ਲੋੜ ਹੈ, ਤੇ 5 ਸੀਸ ਗੁਰੂ ਦੇ ਸਾਹਮਣੇ ਹੋ ਜਾਣ। ਤੇ ਅੱਜ ਅਸੀਂ ਸੱਚ ਕਰਕੇ ਜਾਣਿਓ, ਗੁਰੂ ਦੇ ਸਿੱਖ ਵੀ ਅਖਵਾਉਂਦੇ ਆ, ਗ੍ਰੰਥ ਸਾਹਿਬ ਜੀ ਨੂੰ ਗੁਰੂ ਵੀ ਮੰਨਦੇ ਆ, ਪਰ ਗੁਰੂ ਦੀ ਮੰਨਦੇ ਕੋਈ ਨਹੀਂ ਹੈ। ਆਖੋ ਸਤਨਾਮ ਸ੍ਰੀ ਨਹੀਂ ਮੰਨਦੇ। ਇਹ ਸਾਡੀ ਬਦਕਿਸਮਤੀ ਹੈ। ਗੁਰੂ ਦਾ ਇੰਤਜ਼ਾਰ ਤਾਂ ਅਸੀਂ ਕਰਨਾ ਹੈ, ਗੁਰੂ ਸਾਡਾ ਇੰਤਜ਼ਾਰ ਕਰਦਾ ਪਿਆ ਕਿ ਭਾਈ ਸਾਹਿਬ ਜੀ 9ਵੇਂ ਪਾਤਸ਼ਾਹ ਦੇ ਸ਼ਲੋਕ ਤੁਸੀਂ ਹੌਲੀ ਹੌਲੀ ਕਰੋ, ਅਜੇ ਸਾਡਾ ਮੁੰਡਾ ਵਾਸ਼ਰੂਮ 'ਚ ਹੀ ਵੜਿਆ ਹੋਇਆ, ਉਹ ਨਿਕਲ ਬਾਹਰੋਂ, ਜਲਦੀ ਚਲੀਏ ਗੁਰਦੁਆਰੇ ਜਾਣਾ ਹੈ, ਨਹੀਂ ਤਾਂ ਭੋਗ ਪੈ ਜਾਵੇਗਾ। ਸੱਚ ਕਰਕੇ ਜਾਣਿਓ ਕਿ ਇਹ ਸਾਡੇ ਜੀਵਨ 'ਚ ਨਹੀਂ ਹੋ ਰਿਹਾ।
ਕਿਸੇ ਬੱਚੇ ਦਾ ਸ਼ਗਨ ਪਾਣਾ ਹੋਵੇ, ਕੁੜੀ ਦੇ ਸ਼ਗਨ ਵਾਲੇ ਆ ਰਹੇ ਆ ਜੀ, ਮੁੰਡੇ ਦੇ ਸ਼ਗਨ ਵਾਲੇ ਆ ਰਹੇ ਆ, 2-2 ਘੰਟੇ 2.5 ਘੰਟੇ ਤੱਕ ਗੁਰੂ ਕੇ ਕੀਰਤਨੀਆਂ ਨੂੰ ਸਿਰਫ ਇਸ ਕਰਕੇ ਕੀਰਤਨ ਕਰਾਇਆ ਜਾਂਦਾ। ਦੇਖੋ ਜੇ ਕੋਈ ਸੁਣਨ ਵਾਲਾ ਸਰੋਤਾ ਭਾਵੇਂ ਤੁਸੀਂ 4 ਘੰਟੇ ਕੀਰਤਨ ਕਰਾਓ ਪਰਵਾਹ ਕੋਈ ਨਹੀਂ, ਜੇ ਸਿਰਫ ਮੁੰਡੇ ਵਾਲੇ ਦਾ ਇੰਤਜ਼ਾਰ ਕਰਦੇ ਪਏ ਜਾਂ ਕੁੜੀ ਵਾਲੇ ਦਾ ਇੰਤਜ਼ਾਰ ਕਰਦੇ ਪਏ ਕਿ ਭਾਈ ਸਾਹਿਬ ਜੀ 2 ਸ਼ਬਦ ਹੋਰ ਲਾਓ, 2 ਸ਼ਬਦ ਹੋਰ ਲਾਓ, ਸੱਚ ਕਰਕੇ ਜਾਣਿਓ ਸਾਡੇ ਤੋਂ ਵੱਡਾ ਗੁਨਾਹਗਾਰ ਕੋਈ ਨਹੀਂ ਹੈ। ਆਖੋ ਸਤਨਾਮ ਸ੍ਰੀ। ਸਾਡੇ ਤੋਂ ਵੱਡਾ ਗੁਨਾਹਗਾਰ ਕੋਈ ਨਹੀਂ ਹੈ। ਅਸੀਂ ਤਾਂ ਸਤਿਗੁਰਾਂ ਦੀ ਪਾਵਨ ਬਾਣੀ ਦਾ ਸਤਿਕਾਰ ਕਰਨਾ, ਔਰ ਸਤਿਗੁਰਾਂ ਨੇ ਆਪਣੇ ਪੁੱਤਰ ਤੱਕ ਨੂੰ ਤਿਆਗ ਦਿੱਤਾ ਕਿ ਮੇਰੇ ਪੁੱਤਰ ਜੇ ਗੁਰੂ ਨਾਨਕ ਦੀ ਬਾਣੀ ਦਾ ਤੂੰ ਸਤਿਕਾਰ ਨਹੀਂ ਕਰ ਸਕਿਆ। ਕਵੀ ਮਰਗੇਸ਼ ਨੇ 2 ਲਾਈਨਾਂ ਲਿਖੀਆਂ ਨੇ, ਬੜੀਆਂ ਸੋਹਣੀਆਂ ਕਵਿਤਾ ਜੀ ਲਿਖੀ ਹੈ, ਬੜੀਆਂ ਸੋਹਣੀਆਂ। ਕਹਿੰਦੇ ਜਦੋਂ ਗੁਰਬਖਸ਼ ਗੁਰਦਾਸ ਤੇ ਤਾਰੇ ਦੇ ਕਹਿਣ ਉੱਤੇ ਬਾਬਾ ਰਾਮ ਰਾਏ ਨੇ ਔਰੰਗਜ਼ੇਬ ਨੂੰ ਖੁਸ਼ ਕਰ ਲਿਆ ਤੇ ਮਹਾਰਾਜ ਜੀ ਤੱਕ ਇਹ ਖਬਰ ਪਹੁੰਚੀ, ਸਤਿਗੁਰੂ ਬਾਕੀ ਤਾਂ ਸਭ ਕੁਝ ਠੀਕ ਹੈ ਪਰ ਤੁਹਾਡੇ ਪੁੱਤਰ ਦੀ ਔਰੰਗਜ਼ੇਬ ਦੇ ਨਾਲ ਬੜੀ ਨੇੜਤਾ ਹੋ ਗਈ ਹੈ। ਕਾਰਨ ਕੀ? ਕਿਉਂਕਿ ਗੁਰਬਾਣੀ ਦੀ ਤੁਕ ਨੂੰ ਅੱਧੇ ਅਲਫਾਜ਼ ਨੂੰ ਚੇਂਜ ਕਰ ਦਿੱਤਾ ਤੇ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਜਿਹੜਾ ਸੁਨੇਹਾ ਭੇਜਿਆ ਸੀ। ਕਵੀ ਮਰਗੇਸ਼ ਨੇ ਬੜੀਆਂ 2 ਸੋਹਣੀਆਂ ਲਾਈਨਾਂ ਲਿਖੀਆਂ, ਕਹਿਣ ਲੱਗਾ ਜਹ ਬਾਣੀ ਸਭ ਜਗਤ ਉਧਾਰਾ ਤਿਸ ਕੋ ਛੋੜ ਅਵਰ ਚਿਤ ਰਾਹਾ खुशियां लेत हो बादशाहू फकीर न संग कैसे निर्बाहू। कह लगे सज्जना जिस बाणी ने दुनिया का उद्धार करना सी, सज्जन ठग वर्गे जिस पावन बाणी के एक शब्द के नाल उन्हां दा बेड़ा पार हो गया। जह बाणी सब जगत उधारा तिसको छोड़ अवर चित राहा खुशियां लेत हो बादशाहू फकीरन संग कैसे निर्बाहू। जह बानी संग ताती तापत बालू शीस देग तन राखत दूध में कांजी पढ़ न देता प्राण तजे श्री गुरुकुल केता। कहंदे सज्जना ए ओ बाणी है जदों सज्जू काना पीलू सज्जू साहू हुसैन वर्गे आए ते कह लगे जी साडी भी बाणी दर्ज करो। धन गुरु अर्जन पातशाह ने कह दिता सी दुध विच कांजी नहीं पाया जा सकदा, ए बाणी तां उस महापुरख रब दी है, तुहाडियां कच्चियां पिलियां कवितावां दा कोई मुੱਲ नहीं। कहते ने उन्हां काना पीलू सज्जू शाह हुसैन वर्गिया ने जाके चुगलियां कीतियां। धन गुरु अर्जन सच्चे पातशाह तत्तियां तवियां ते बैठ गए पर उन्होंने दुध विच कांजी नहीं पैन दिती सी। मेरे लाल तू अज गुरु नानक सच्चे पातशाह जी नूं छड्ड के बादशाह नूं खुश करदा पिया। जह बानी सब जगत उधारा तिसको छोड़ अवरचित राहा खुशियां लेत हो बादशाहू फकीरन संग कैसे निर्बाहू। जह बानी संग ताती तापत बालू शीस देग तन राखत दूध में कांजी पर न देता प्राण तजे श्री गुरुकुल केता। कहंदे तुम तो काशी ते फिट जावत टका ना देत मीर सो चाहत। मेरे लाल तू तो उस काशी ना भी माड़ा जेड़ा जहांगीर बादशाह दे अगे एक टका चुक के लै गया सी कि बादशाह मैनू भुलेखा लग गया, मैं गुरु हरगोबिंद पातशाह दे भुलेखे करके तेरे अगे घा दी पंड रख के चला गया। कहंदे तू तां उस कासी नाल भी गया गुजरिया है। धन साहब श्री गुरु हरराय महाराज सच्चे पातशाह ने बाबा राम राय नूं किनारे करके ते अपने पुत्र धन गुरु हरकृष्ण महाराज नूं गुरगद्दी ते बिठा दिता। ज्योति जोत समाए गुरु हरकृष्ण महाराज सच्चे पातशाह जी उन्होंने साडे लई बड़े पूरने पाए ने। सच करके जाने गुरु हरकृष्ण महाराज, चलो मैं एक सवाल करना चाहना, पूरे वर्ल्ड दे विच 195 देश है। आखो सतनाम श्री। पूरे वर्ल्ड विच 195 देश है ते 128 देशां विच कलगीधर पातशाह दा निशान झूलदा पिया। 128 देशां विच गुरु कलगीधर पातशाह दा निशान झूलदा पिया। ते सच करके जानियो साध संगत जी
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਹ ਨਿਸ਼ਾਨ ਝੂਲਦਾ ਪਿਆ ਤੇ ਦੋਨੋਂ ਟਾਈਮ ਅਰਦਾਸ ਵਿੱਚ ਉਹਨੂੰ ਯਾਦ ਕਰਦੇ ਆ। ਕਿਉਂ ਕਿਉਂ ਕਰਦੇ ਆ? ਸਾਡੀ ਸੋਚ ਕੀ ਹੈ? ਅਸੀਂ ਇੱਕ ਬੁੱਢੀ ਬਜ਼ੁਰਗ ਮਾਤਾ 80 ਕੁ ਸਾਲਾਂ ਦੀ ਮੰਜੇ ਤੇ ਪਈ ਹੋਈ ਤੇ ਕਹਿੰਦੀ ਪਈ ਹੈ, ਮੈਂ ਉਨਾ ਚਿਕਰ ਨਹੀਂ ਮਰਨਾ ਜਿੰਨਾ ਚਿਕਰ ਮੈਂ ਆਪਣੇ ਪੋਤਰੇ ਦਾ ਮੂੰਹ ਨਾ ਦੇਖ ਲਵਾਂ। ਆਖੋ ਸਤਨਾਮ ਸ੍ਰੀ। ਮੈਂ ਪੋਤਰੇ ਦਾ ਮੂੰਹ ਨਾ ਦੇਖ ਲਵਾਂ। ਇੱਕ ਪੋਤਰੇ ਦੀ ਆਸ ਰੱਖ ਕੇ ਇੱਕ ਮੁੰਡਾ ਸਾਨੂੰ ਚਾਹੀਦਾ ਤੇ ਪਤਾ ਨਹੀਂ ਕਿੰਨੀਆਂ ਕੁ ਧੀਆਂ ਆਪਾਂ ਕੁੱਖ ਵਿੱਚ ਹੀ ਮਰਵਾ ਦਿੰਨੇ ਹਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਗਰ ਅਸੀਂ ਹਿੰਦੁਸਤਾਨ ਦੇ ਅੰਕੜੇ ਕੱਢੀਏ, ਤਕਰੀਬਨ 2009 ਦੇ ਵਿੱਚ ਮੈਂ ਗੁਰਮਤਿ ਪ੍ਰਕਾਸ਼ ਪੜ੍ਹਦਾ ਪਿਆ ਸੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪਿਆ ਜਾਂਦਾ, ਤੇ ਉਹਦੇ ਚ ਪੜ੍ਹ ਕੇ ਮੈਂ ਹੈਰਾਨ ਹੋ ਗਿਆ। ਭਰੂਣ ਹੱਤਿਆ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਜਿਹੜਾ ਜ਼ਿਲ੍ਹਾ ਆਇਆ ਪੰਜਾਬ ਦੇ ਵਿੱਚ ਜਿੱਥੇ ਸਭ ਤੋਂ ਵੱਧ ਭਰੂਣ ਹੱਤਿਆ ਹੁੰਦੀ ਹੈ, ਉਹ ਹੋਰ ਕੋਈ ਨਹੀਂ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਜਿਹਨੂੰ ਤੁਸੀਂ ਮੁਹਾਲੀ ਆਖਦੇ ਹੋ। ਇਹ ਪਹਿਲੇ ਨੰਬਰ ਤੇ ਆਇਆ ਸੀ। ਦੂਸਰੇ ਨੰਬਰ 'ਚ ਭਰੂਣ ਹੱਤਿਆ ਵਿੱਚ ਸਭ ਤੋਂ ਅੱਗੇ ਜਿਹੜਾ ਜ਼ਿਲ੍ਹਾ ਆਇਆ ਉਹ ਕਿਹੜਾ ਸੀ? ਉਸ ਜ਼ਿਲ੍ਹੇ ਦਾ ਨਾਮ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਜਿਹਨੂੰ ਅਸੀਂ ਸਰਹੰਦ ਕਹਿ ਦਿੰਦੇ ਹਾਂ। ਇਹ ਕਿਉਂ? ਸਿਰਫ ਇੱਕ ਮੁੰਡੇ ਦੀ ਕੋਸ਼ਿਸ਼ ਕਰਕੇ ਕਿ ਸਾਡੇ ਘਰ ਮੁੰਡਾ ਪੈਦਾ ਹੋਵੇ, ਸਾਡਾ ਉਹ ਨਾਂ ਅੱਗੇ ਲੈ ਕੇ ਚੱਲੇਗਾ, ਦੁਨੀਆ ਵਿੱਚ ਸਾਨੂੰ ਜਾਣੇਗਾ, ਸਾਡਾ ਖਾਨਦਾਨ ਵਧੇਗਾ, ਸਾਡੀ ਜ਼ਮੀਨ ਜਾਇਦਾਦ ਸੰਭੇਗਾ, ਸਾਡਾ ਦੁਨੀਆ 'ਚ ਨਾਂ ਹੋਵੇਗਾ, ਸਾਡਾ ਵੰਸ਼ ਚੱਲੇਗਾ। ਓਏ ਕਲਗੀਧਰ ਪਾਤਸ਼ਾਹ ਨੇ ਤਾਂ ਚਾਰੇ ਦੇ ਚਾਰੇ ਪੁੱਤਰ ਕੁਰਬਾਨ ਕਰ ਦਿੱਤੇ ਸੀ ਕਿ ਦੁਨੀਆ ਦੇ 128 ਦੇਸ਼ਾਂ ਵਿੱਚ ਕਲਗੀਧਰ ਦਾ ਨਿਸ਼ਾਨ ਨਹੀਂ ਝੂਲਦਾ ਪਿਆ। ਦੁਨੀਆ ਦੇ 128 ਦੇਸ਼ਾਂ ਵਿੱਚ ਕਲਗੀਧਰ ਪਾਤਸ਼ਾਹ ਦਾ ਨਿਸ਼ਾਨ ਝੂਲਦਾ ਪਿਆ। ਉਹਨ ਤਾਂ ਚਾਰੇ ਦੇ ਚਾਰੇ ਪੁੱਤਰ ਕੁਰਬਾਨ ਕਰ ਦਿੱਤੇ ਸੀ। ਐ ਗੁਰੂ ਦੇ ਸਿੱਖਾਂ, ਜੇ ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਦਾ ਅੱਜ ਤੂੰ ਪਾਵਨ ਪ੍ਰਕਾਸ਼ ਪੁਰਬ ਮਨਾਉਂਦਾ ਪਿਆ, ਤੇ ਮੈਂ ਮਾਤਾਵਾਂ ਦੇ ਚਰਨਾਂ 'ਚ ਬੇਨਤੀ ਕਰਾਂ, ਧੀਆਂ ਨੂੰ ਕੁੱਖ ਵਿੱਚ ਮਾਰਨ ਦਾ ਸਭ ਤੋਂ ਵੱਧ ਹੱਥ ਜੇ ਹੈ ਤਾਂ ਉਹ ਸੱਸਾਂ ਦਾ ਹੈ, ਹੋਰ ਕਿਸੇ ਦਾ ਨਹੀਂ। ਆਖੋ ਸਤਨਾਮ ਸ੍ਰੀ। ਉਹ ਮਜਬੂਰ ਕਰ ਦਿੰਦਾ। ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਇਸ ਬਾਰੇ ਕੀ ਆਖਦੇ ਨੇ? ਰੋਪੜ ਦਾ ਸ਼ਾਹੂਕਾਰ ਰਾਜਾ ਰਾਮ ਬੜਾ ਅਮੀਰ ਸੀ, ਬੜਾ ਅਮੀਰ। ਅੱਜ ਥਾਲ ਭਰ ਕੇ ਮਾਨਕ ਮੋਤੀਆਂ ਦਾ ਧੰਨ ਗੁਰੂ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਲੈ ਕੇ ਆਇਆ। ਕੋਈ ਗੁਰੂ ਦੇ ਚਰਨਾਂ 'ਚ 1 ਪੈਸਾ ਰੱਖਦਾ ਪਿਆ, ਕੋਈ 2 ਪੈਸੇ ਰੱਖਦਾ ਪਿਆ, ਕੋਈ ਟਕਾ ਰੱਖਦਾ ਪਿਆ, ਕੋਈ ਧੇਲਾ ਰੱਖਦਾ ਪਿਆ। ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਦੀਆਂ ਸੁਗਾਤਾਂ ਲੈ ਕੇ, ਸਾਰਿਆਂ ਦੀਆਂ ਭਿਟਾਮਾਂ ਲੈ ਕੇ ਚੁੰਮ ਚੁੰਮ ਕੇ ਸੰਭਾਲ ਕੇ ਰੱਖਦੇ ਨੇ। ਪਰ ਜਦੋਂ ਰਾਜਾ ਰਾਮ ਨਾਂ ਦਾ ਸ਼ਾਹੂਕਾਰ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਕੋਲ ਲੈ ਕੇ ਮਾਨਕ ਮੋਤੀਆਂ ਦਾ ਹਾਰ ਆਇਆ, ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਕਹਿ ਦਿੱਤਾ ਸੀ, ਇਸ ਪਾਪੀ ਨੂੰ ਧੱਕੇ ਮਾਰ ਕੇ ਬਾਹਰ ਕੱਢ ਦੇਵੋ। ਆਖੋ ਸਤਨਾਮ ਸ੍ਰੀ। ਇਸ ਦਰਬਾਰ ਵਿੱਚ ਕੋਈ ਪਾਪੀ ਵੀ ਆ ਜਾਵੇ, ਉਹਨੂੰ ਵੀ ਬਖਸ਼ਿਆ ਜਾ ਸਕਦਾ। ਕੋਈ ਵੱਡੇ ਤੋਂ ਵੱਡਾ ਗੁਨਾਹਗਾਰ ਹੋਵੇ, ਜੋ ਸ਼ਰਮ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਤੇ ਸਨ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਕਹਿ ਦਿੱਤਾ, ਇਸ ਪਾਪੀ ਨੂੰ ਧੱਕੇ ਮਾਰ ਕੇ ਬਾਹਰ ਕੱਢ ਦੇਵੋ। ਸਾਰੀ ਸੰਗਤ ਹੈਰਾਨ, ਤੇ ਉਹ ਸੇਠ ਰਾਜਾ ਰਾਮ ਵੀ ਹੈਰਾਨ ਹੋ ਗਿਆ। ਮਾਨਕ ਮੋਤੀਆਂ ਦਾ ਥਾਲ ਅੱਗੇ ਰੱਖ ਕੇ ਕਹਿਣ ਲੱਗਾ, ਮੇਰੇ ਸਤਿਗੁਰਾ, ਮੇਰੇ ਕੋਲ ਕਿਹੜੀ ਗਲਤੀ ਹੋ ਗਈ? ਸਤਿਗੁਰ ਕਹਿਣ ਲੱਗੇ, ਗਲਤੀ ਹੋ ਜਾਵੇ ਤਾਂ ਮਾਫ ਕੀਤੀ ਜਾ ਸਕਦੀ ਹੈ, ਤੂੰ ਤਾਂ ਲੱਖਾਂ ਗੁਨਾਹ ਕੀਤੇ। ਦਾਤੇ ਦੱਸੋ ਮੇਰਾ ਕਿਹੜਾ ਗੁਨਾਹ? ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਆਖਿਆ ਸੀ, ਰਾਜਾ ਰਾਮ, ਪੁੱਤ ਦੇ ਮੋਹ ਵਿੱਚ ਪੈ ਕੇ, ਸਾਰੀ ਸੰਗਤ ਦੇ ਸਾਹਮਣੇ ਅੱਜ ਦੱਸ ਦੇ, ਪੁੱਤ ਦੇ ਮੋਹ ਵਿੱਚ ਪੈ ਕੇ ਜੰਮਦੀਆਂ ਧੀਆਂ ਦਾ ਕਿੰਨੀਆਂ ਦਾ ਤੂੰ ਕਤਲ ਕੀਤਾ? ਕੀ ਤੂੰ ਦੱਸ ਸਕਦਾ ਹੈ? ਰਾਜਾ ਰਾਮ ਦੇ ਪੈਰਾਂ ਹੇਠ ਜ਼ਮੀਨ ਨਿਕਲ ਗਈ ਸੀ। ਉਹ ਮੇਰੇ ਸਤਿਗੁਰਾਂ, ਅੰਦਰ ਦੀ ਜਾਣਨ ਵਾਲਿਆ, ਮੈਂ ਤਾਂ ਜੰਮਦੀਆਂ ਧੀਆਂ ਦੇ ਗਲਾਂ ਵਿੱਚ ਗੁੱਠੇ ਦੇ ਕੇ ਮਾਰ ਦਿੰਦਾ ਸੀ। ਮੈਂ ਆਪਣੇ ਸ਼ਹਿਰ ਰੋਪੜ ਵਿੱਚ ਕਿਸੇ ਨੂੰ ਖਬਰ ਨਾ ਹੋਣ ਦਿੱਤੀ, ਮੈਂ ਆਂਢ ਗੁਆਂਢ ਵਿੱਚ ਕਿਸੇ ਨੂੰ ਖਬਰ ਨਾ ਹੋਣ ਦਿੱਤੀ। ਉਹ ਮੇਰੇ ਮਾਲਕਾ, ਤੂੰ ਕਿਵੇਂ ਜਾਣਦਾ ਹੈ? ਮੈਨੂੰ ਮਾਫ ਕਰ ਦੇ, ਮੈਨੂੰ ਮਾਫ ਕਰ ਦੇ। ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਕਹਿ ਦਿੱਤਾ ਸੀ, ਸੱਜਣਾ, ਧੀਆਂ ਦਾ ਕਾਤਲ ਹੈ ਤੂੰ,
ਤੈਨੂੰ ਮੁੰਡੇ ਦੀ ਚਾਹਤ ਨੇ ਅੰਨਾ ਕਰ ਦਿੱਤਾ, ਤੂੰ ਧੀਆਂ ਦਾ ਕਾਤਲ ਹੈ ਤੇ ਧੀਆਂ ਦਾ ਕਾਤਲ ਕਦੀ ਵੀ ਗੁਰੂ ਘਰ ਵਿੱਚ ਪ੍ਰਵਾਨ ਨਹੀਂ ਹੋ ਸਕਦਾ। ਹੱਥ ਜੋੜ ਕੇ ਗੁਰੂ ਦੇ ਚਰਨਾਂ ਵਿੱਚ ਡਿੱਗ ਗਿਆ ਤੇ ਮੈਂ ਮਾਫ ਕਰ ਦੇਵਾਂ ਜੇ ਅੱਜ ਸਾਡੀਆਂ ਭੈਣਾਂ ਦੇ ਅੰਦਰ ਇਹ ਖਿਆਲ ਹੈ, ਮਾਤਾਵਾਂ ਦੇ ਅੰਦਰ ਇਹ ਖਿਆਲ ਹੈ ਕਿ ਮੇਰੇ ਘਰ ਵਿੱਚ ਪੋਤਾ ਹੋਵੇ, ਮੇਰੇ ਘਰ ਵਿੱਚ ਮੁੰਡਾ ਹੋਵੇ, ਇਸ ਕਰਕੇ ਨੂੰਹਾਂ ਨੂੰ ਤੰਗ ਕੀਤਾ ਜਾਵੇ ਜਾਂ ਅਸੀਂ ਉਹਨਾਂ ਦਾ ਗਰਭਪਾਤ ਕਰਾ ਦਿੰਦੇ ਆ, ਤੇ ਸੱਚ ਕਰਕੇ ਜਾਣਿਓ ਗੁਰੂ ਹਰਕ੍ਰਿਸ਼ਨ ਮਹਾਰਾਜ ਸਾਨੂੰ ਕਦੀ ਮਾਫ ਨਹੀਂ ਕਰਨਗੇ, ਕਦੀ ਮਾਫ ਨਹੀਂ ਕਰਨਗੇ। ਇੱਕ ਗੱਲ ਪੱਲੇ ਬੰਨ ਲੈਣਾ ਕਿ ਬੇਬੇ ਨਾਨਕੀ ਦੁਨੀਆ 'ਚ ਉਹਦਾ ਨਾਮ ਨਹੀਂ, ਕਿ ਬੇਬੇ ਨਾਨਕੀ ਕਹਿੰਦੀ ਬੇ ਨਾਨਕਾ ਤੇਰੀ ਇੱਕ ਨਜ਼ਰ ਦੇ ਨਾਲ ਰੀਠੇ ਵੀ ਮਿੱਠੇ ਹੋ ਜਾਂਦੇ ਨੇ, ਤੇਰਾ ਹੱਥ ਲੱਗੇ ਤਾਂ ਪੱਥਰ ਵੀ ਮੋਮ ਬਣ ਜਾਂਦੇ ਨੇ। ਉਹ ਮੇਰੇ ਛੋਟੇ ਵੀਰਿਆ, ਮੇਰੀ ਕੁੱਖ ਵਿੱਚ ਵੀ ਕੋਈ ਔਲਾਦ ਪਾ ਦੇ ਤੇ ਕੀ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਨਾ ਕਰਦੇ? ਪਰ ਬੇਬੇ ਨਾਨਕੀ ਨੇ ਕਹਿ ਦਿੱਤਾ ਸੀ ਉਹ ਮੇਰਾ ਵੀਰ ਰੱਬ ਦਾ ਰੂਪ ਹੈ, ਮੇਰਾ ਵੀਰ ਖੁਦਾ ਦਾ ਰੂਪ ਹੈ, ਮੈਨੂੰ ਕੀ ਲੋੜ ਹੈ ਇਹਨਾਂ ਧੀਆਂ ਪੁੱਤਰਾਂ ਦੀ, ਮੈਂ ਆਪਣੇ ਵੀਰ ਦੀ ਰੱਜ ਰੱਜ ਕੇ ਸੇਵਾ ਕਰਾਂ। ਤੇ ਕੀ ਅੱਜ ਬੇਬੇ ਨਾਨਕੀ ਨੂੰ ਦੁਨੀਆ ਨਹੀਂ ਜਾਣਦੀ ਹੈ? ਇਹ ਸੋਚ ਨਾ ਰੱਖਿਆ ਕਰੋ। ਆਹ ਰੋਜ਼ ਅਸੀਂ ਪੜ੍ਹਦੇ ਹਾਂ ਸੱਚੇ ਮਾਰਗ ਚਲਦਿਆਂ ਉਸਤਤ ਕਰੇ। ਆ ਮਾਘ ਮਹੀਨਾ ਜਦੋਂ ਆਣਾ ਸਾਰਿਆਂ ਨੇ ਮਾਘੀ ਮਨਾਣੀ ਹੈ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਨ ਸਭਨਾ ਨੋ ਕਰਦਾਨ, ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸੁਆਨ, ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਤੁਸੀਂ ਸੱਚ ਦੇ ਮਾਰਗ ਤੇ ਚਲੋ, ਤੁਸੀਂ ਰੱਬ ਦੇ ਮਾਰਗ ਤੇ ਚਲੋ, ਸੱਚ ਕਰਕੇ ਜਾਣੇ ਤੁਹਾਡੀ ਉਸਤਤ ਸਾਰਾ ਜਹਾਨ ਕਰੇਗਾ। ਪਰ ਜੇ ਗੁਰੂ ਤੋਂ ਬੇਮੁਖ ਹੋ ਗਏ, ਸਿਰਫ ਦੁਨਿਆਵੀ ਮੋਹ ਪਿਆਰ ਵਿੱਚ ਫਸ ਗਏ, ਤਾਂ ਸਾਡੇ ਤੇ ਕਦੀ ਵੀ ਕਿਰਪਾ ਨਹੀਂ ਹੋ ਸਕਦੀ। ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਸਾਨੂੰ ਪਹਿਲੀ ਸੋਚ ਇਹ ਦਿੱਤੀ ਹੈ ਕਿ ਮਨੁੱਖ ਕੀ ਟੇਕ। ਕਿੰਨੇ ਕੁ ਗੁਟਕਾ ਸਾਹਿਬ ਬਿਰਧ ਹੋ ਚੁੱਕੇ ਨੇ ਜਿਹੜੀਆਂ ਅਲਮਾਰੀਆਂ 'ਚ ਅਸੀਂ ਰੱਖੇ ਹੋਏ ਨੇ। ਆਖੋ ਸਤਨਾਮ ਸ੍ਰੀ। ਖਾਸ ਕਰਕੇ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਸਭ ਤੋਂ ਜ਼ਿਆਦਾ ਬਿਰਧ ਹੁੰਦੇ ਨੇ ਗੁਰੂ ਘਰ ਵਿੱਚ। ਪਤਾ ਨਹੀਂ ਕਿੰਨੇ ਕੁ ਪਾਠ ਅਸੀਂ ਕਰ ਲਏ, ਕਿੰਨਾ ਕੁ ਜਵਾਨੀ ਕਰ ਲਿਆ, ਕਿੰਨੀਆਂ ਕੁ ਸੁਖਮਨੀ। ਸਭ ਤੋਂ ਵੱਧ ਸੁਸਾਇਟੀਆਂ ਸ੍ਰੀ ਸੁਖਮਨੀ ਸਾਹਿਬ ਸੁਸਾਇਟੀਆਂ ਨੇ, ਸਭ ਤੋਂ ਜ਼ਿਆਦਾ ਬੀਬੀਆਂ ਦੀਆਂ ਵੀ ਭਾਈਆਂ ਦੀਆਂ ਵੀ। ਤੇ ਮੈਂ ਬੇਨਤੀ ਕਰ ਦੇਵਾਂ ਸੁਖਮਨੀ ਸਾਹਿਬ ਦਾ ਇੱਕ ਇੱਕ ਅਕਸ਼ਰ ਅੰਮ੍ਰਿਤ ਹੈ। ਪਰ ਅੱਜ ਮੈਂ ਦਾਅਵੇ ਨਾਲ ਕਹਿ ਦੇਵਾਂ ਉਹ ਤੁਸੀਂ ਸਾਰਾ ਸੁਖਮਨੀ ਸਾਹਿਬ ਨਾ ਵੀ ਪੜੋ, ਸਿਰਫ 2 ਲਾਈਨਾਂ ਯਾਦ ਕਰ ਲਓ ਕਿ ਮਾਨੁ ਕੀ ਟੇਕ ਬਿਰਥੀ ਸਭ ਜਾन देवन को, एक भगवान जिसके दिए रहे अघाए बहु न तृष्णा, लागे आए मारे राखे, एक को आप मानू कह किस ना ही हाथ। आ 2 लेना जिंदगी च आ जाना, साडा कदी घर च कलेश ही नहीं हो सकता, नहीं हो सकता। साडा समाज च कलेश नहीं हो सकता। ਅਸੀਂ ਬੰਦੇ ਦੀ ਟੇਕ ਲੈਂਦੇ ਆ, ਮਨੁੱਖ ਦੀ ਟੇਕ ਲੈਂਦੇ ਆ, ਅਸੀਂ ਆਪਣੇ ਗੁਰੂ ਦੀ ਟੇਕ ਨਹੀਂ ਲੈਂਦੇ। ਅੱਜ ਸਾਨੂੰ ਸੁਨੇਹਾ ਆ ਜਾਂਦਾ ਸਰਦਾਰ ਜੀ ਰਾਤ ਨੂੰ ਪਹੁੰਚਣਾ ਫਲਾਨੀ ਜਗ੍ਹਾ ਪੈਲੇਸ। ਕਿੱਥੇ ਹੈ ਜੀ? ਸ਼ਹਿਰ ਤੋਂ 15 ਕਿਲੋਮੀਟਰ ਫਲਾਨੇ ਰੋਡ ਉੱਤੇ ਰਾਤ 9 ਵਜੇ ਪਹੁੰਚ ਜਾਓ। ਬੱਚੇ ਦੀ ਲੋਹੜੀ ਮਨਾਈ ਜਾ ਰਹੀ ਹੈ, ਸਾਰਾ ਟੱਬਰ ਤਿਆਰ ਹੋ ਜਾਂਦਾ, ਗੱਡੀ ਵੀ ਤਿਆਰ ਹੋ ਜਾਂਦੀ, ਤੇਲ ਪਾਣੀ ਵੀ ਚੈੱਕ ਕਰ ਲਿਆ ਜਾਂਦਾ। ਰਾਤ ਨੂੰ ਉੱਥੇ ਪਹੁੰਚਣਾ, ਕਿਸੇ ਦਾ ਸਾਨੂੰ ਫੋਨ ਆਇਆ, ਸਾਰਾ ਸਭ ਟੱਬਰ ਤਿਆਰ ਹੋ ਕੇ ਉੱਥੇ ਪਹੁੰਚ ਜਾਂਦੇ ਆ। ਤੇ ਇੱਕ ਆਵਾਜ਼ ਹੋਰ ਵੀ ਆਉਂਦੀ ਹੈ ਅੰਮ੍ਰਿਤ ਵੇਲੇ। ਉਹ ਕਿਹੜੀ ਆਵਾਜ਼? ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਦੁਨੀਆ ਦੀ ਆਵਾਜ਼ ਤੇ ਸਾਰਾ ਟੱਬਰ ਇਕੱਠਾ ਹੋ ਕੇ ਚਲਾ ਗਿਆ। ਗੁਰੂ ਦੀ ਆਵਾਜ਼ ਜਦੋਂ ਨਿਤਨੇਮ ਵਿੱਚ ਆਂਦੀ ਹੈ, ਸੱਚ ਕਰਕੇ ਜਾਣੋ ਅਸੀਂ ਕਿੰਨੇ ਕੁ ਇਕੱਠੇ ਹੁੰਦੇ ਆ, ਕਿੰਨੇ ਕੁ ਇਕੱਠੇ ਹੁੰਦੇ ਆ। ਗੁਰਦੁਆਰੇ ਵੱਡੇ ਬਣਦੇ ਜਾ ਰਹੇ ਨੇ, ਸੰਗਤਾਂ ਛੋਟੀਆਂ ਹੁੰਦੀਆਂ ਜਾ ਰਹੀਆਂ ਨੇ, ਗੁਰਦੁਆਰੇ ਵੀਰਾਨ ਹੁੰਦੇ ਜਾ ਰਹੇ ਨੇ। ਔਰ ਗੁਰਦੁਆਰੇ ਗੁਰਦੁਆਰੇ ਨਹੀਂ ਹੈ, ਜਿੰਨੇ ਤੁਸੀਂ ਵੱਡੇ ਵੱਡੇ ਗੁਰਦੁਆਰੇ ਆਖਦੇ ਹੋ ਨਾ, ਉਹ ਧਰਮਸ਼ਾਲਾ ਬਣ ਚੁੱਕੀਆਂ ਨੇ। ਕਦੀ ਉਹ ਧਰਮਸਾਲ ਹੁੰਦੀ ਸੀ, ਘਰ ਘਰ ਅੰਦਰ ਧਰਮਸਾਲ, ਧਰਮਸਾਲ ਤੋਂ ਗੁਰਦੁਆਰੇ ਬਣੇ। ਅੱਜ ਗੁਰਦੁਆਰੇ ਤੋਂ ਧਰਮਸਾਲਾ ਕਿਉਂ ਬਣ ਗਈਆਂ? ਕਿਉਂਕਿ ਇੱਕ ਇੱਕ ਗੁਰਦੁਆਰੇ 'ਚ 25-25 30-30 ਕਮਰੇ ਬਣਾ ਦਿੱਤੇ ਗਏ, ਹੋਰ ਕੁਝ ਕਰ ਦਿੱਤਾ ਗਿਆ। ਕਿੰਨੇ ਕਮਰੇ ਚੜ ਗਏ, ਕਿੰਨਾ ਚੜ ਗਿਆ, ਕਿੰਨਾ ਕੀ ਹੋਇਆ, ਬਸ ਇਹੀ ਲੇਖਾ ਜੋਖਾ ਕੀਤਾ ਜਾ ਰਿਹਾ। ਕਦੀ ਇਹ ਲੇਖਾ ਹੀ ਨਹੀਂ ਕੀਤਾ ਕਿ ਗੁਰਦੁਆਰਾ ਸਾਹਿਬ ਵਿੱਚ ਨੌਜਵਾਨ ਕਿੰਨੇ ਕੁ ਆ ਰਹੇ ਨੇ। ਆਖੋ ਸਤਨਾਮ ਸ੍ਰੀ। ਦੇਖੋ ਝਾਤੀ ਮਾਰੋ ਆਪਣੇ ਆਲੇ ਦੁਆਲੇ, ਸਾਡੇ 'ਚ ਕਿੰਨੇ ਕੁ ਨੌਜਵਾਨ ਬੈਠੇ ਨੇ। ਇਹ ਬਜ਼ੁਰਗ ਇਹਨਾਂ ਤੇ ਕੀ ਮਾਣ ਕਰਦੇ ਹੋ?
10 ਸਾਲ 20 ਸਾਲ 25 ਸਾਲ ਤੱਕ ਨਿਭਾ ਲੈਣਗੇ। ਜੇ ਬੱਚਿਆਂ ਦੇ ਸੰਸਕਾਰ ਹੀ ਨਹੀਂ ਬਣੇ, ਜੇ ਗੁਰਦੁਆਰਿਆਂ 'ਚ ਬੱਚੇ ਸਾਡੇ ਆਏ ਹੀ ਨਹੀਂ, ਤੇ ਮੈਨੂੰ ਮਾਫ ਕਰ ਦੇਣਾ, ਇਹਨਾਂ ਇਮਾਰਤਾਂ ਨੂੰ ਫਿਰ ਕੌਣ ਸੰਭਾਲੇਗਾ? ਆਖੋ ਸਤਨਾਮ ਸ੍ਰੀ। ਇਹਨਾਂ ਇਮਾਰਤਾਂ ਨੂੰ ਕੌਣ ਸੰਭਾਲੇਗਾ? 1978 ਤੋਂ ਲੈ ਕੇ ਸਨ 2000 ਤੱਕ 1500 ਚਰਚ ਇੰਗਲੈਂਡ ਦੇ ਬੰਦ ਹੋ ਗਏ। ਸਿਰਫ ਇਸ ਕਰਕੇ ਬੰਦ ਹੋ ਗਏ ਕਿ ਉੱਥੇ ਕੋਈ ਨੌਜਵਾਨ ਬੱਚਾ ਜਾ ਹੀ ਨਹੀਂ ਰਿਹਾ। ਆਖੋ ਸਤਨਾਮ ਸ੍ਰੀ। 1500 ਚਰਚ ਇਸ ਕਰਕੇ ਬੰਦ ਹੋ ਗਏ, ਕੋਈ ਬੱਚਾ ਨਹੀਂ ਜਾ ਰਿਹਾ, ਕੋਈ ਨੌਜਵਾਨ ਨਹੀਂ ਜਾ ਰਿਹਾ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਕਹਿੰਦੇ ਚਰਚ ਸੇਲ ਕਰ ਦਿੱਤਾ ਜਾਵੇ ਕਿਉਂਕਿ ਇੱਥੇ ਕੋਈ ਵੀ ਨਹੀਂ ਆ ਰਿਹਾ। ਮੈਨੂੰ ਮਾਫ ਕਰ ਦੇਣਾ ਸਾਧ ਸੰਗਤ ਜੀ, ਜੇ 5.5 ਸਾਲ ਦੀ ਉਮਰ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੀ ਤੇ ਸਾਰੇ ਪੰਥ ਦੀ ਅਗਵਾਈ ਕਰਦੇ ਪਏ ਨੇ,
पूरे वर्ल्ड के रल मिल के ऑनलाइन शहीदा ਸਿੰਘਾਂ ਨੂੰ श्रद्धांजलि दे रहे हैं 84 के शहीदों जो धन धन साहिब श्री गुरु अर्जन देव महाराज ने जी को गुरनाम किया है। अज का प्रकरण शहीदा ਸਿੰਘਾਂ ਨੂੰ श्रद्धांजलि है जी। सो करो कृपा सारे जाने मिल के धन्यवाद है सरकार सरदार कुलबीर सिंह जी यूके जिन्होंने ये उपराला शुरू किया है। पूरे वर्ल्ड के विच उन्होंने ये चैनल के राही कीर्तन की सेवा ले रहे हैं, आप भी कर रहे हैं। सतगुरु जी उन्होंने चढ़ती कला बच्चे आओ जी गुरबाणी कीर्तन जुड़ना करिए। सब तो पहला फतेह की स्थान पाओ गज के आखो जी वाहिगुरू जी का खालसा वाहिगुरू जी की फतेह। गोरे अर्जन बिटो कुर्बानी गोरे अर्जन बिटो कुर्बानी।
सो कहियत है सूरा, 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 सो कहियत है सूरा। जाको हर रंग लगो इस जुग में, जाको हर रंग लगो इस जुग में, सो कहियत है सूरा। आत्म दिले सकल वसता के, जाको सतगुर पूरा। आत्म दिले सकल वसता के, जाका सतगुर पूरा, जाका सतगुर पूरा, जाका सतगुर पूरा। सो कहियत है सूरा, सो कहियत है सूरा, सो कहियत है सूरा, सो कहियत है सूरा। जाको हर रंग लगो इस जुग में, 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 सो कहियत है सूरा, 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 सूरा, सो कहियत है सूरा। ठाकुर गाइए आत्म रंग, ठाकुर गाइए आत्म रंग, गाइए आत्म रंग, गाइए आत्म रंग। शरणी पावन नाम त्यावन, सहज समावन संग, सहज समावन संग। शरणी पावन नाम त्यावन, सहज समावन संग, सहज समावन संग, सहज समावन संग, सहज समावन संग। सो कहियत है सूरा, सो कहियत
जन के चरण बसे मेरे हियर संग पुनीता देही संग पुनीता देही जन के चरण बसे मेरे हियर संग पुनीता देही जन के चरण बसे मेरे हियर जन के चरण बसे मेरे हियर संग पुनीता देही संग पुनीता देही जन की पूरत हो कृपा नित नानक के सुख लेही नानक के सुख लेही जन की पूरत हो कृपा नित नानक के सुख देही नानक के सुख देही नानक के सुख देही नानक के सुख देही सो कहियत है सुरा सो कहियत है सुरा सो कहियत है सुरा सुरा सो कहियत है सुरा जाको हर रंग न को इस जुग में जाको हर रंग लागो इस जुग में जाको हर रंग लगो इस जुग में जाको हर रंग लगो इस जुग में सो कहियत है सूरा 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 तपत कड़ा बुझ गया गुर शीतल नाम दियो तपत कड़ा बुझ गया गुर शीतल नाम दियो तपत कड़ा बुझ गया गुर शीतल नाम दियो
गुर कीनी बंद खलास तब कड़ा बुझ गया गुर शीतल नाम दियो गुर शीतल नाम दियो तब कड़ा बुझ गया
ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀਓ, ਆਪਨੇ ਹੁਣੇ ਭਾਈ ਸਾਹਿਬ ਜੀ ਤੋਂ ਭਾਈ ਸਾਹਿਬ ਜੀ ਦੀ ਮਿੱਠੀ ਆਵਾਜ਼ ਤੋਂ ਕੀਰਤਨ ਸਰਵਣ ਕੀਤਾ ਹੈਗਾ ਤੇ ਇਸ ਦੇ ਨਾਲ ਹੀ ਮੈਂ ਸਾਰੇ ਰਾਗੀ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਕਿ ਇਹ ਸੇਵਾ ਨਿਭਾ ਰਹੇ ਨੇ ਦਾਸ ਦੀ ਬੇਨਤੀ ਨੂੰ ਮੰਨਦਿਆਂ ਹੋਇਆ। ਔਰ ਨਾਲ ਹੀ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਰੋਜ਼ਾਨਾ 8 ਤੋਂ 10 ਵਜੇ ਰਾਤ ਨੂੰ ਕੀਰਤਨ ਪ੍ਰਮੋਸ਼ਨ ਗਰੁੱਪ ਅਤੇ amritbani.com ਦੇ ਵਿੱਚ ਇਹ ਲਾਈਵ ਪ੍ਰੋਗਰਾਮ ਚੱਲਿਆ ਕਰੇਗਾ। ਆਪ ਜੀ ਇਸ ਦੇ ਉੱਪਰ ਆ ਕੇ ਲਾਈਵ ਕੀਰਤਨ ਸਰਵਣ ਕਰੋ ਤੇ ਨਾਲ ਹੀ ਮੈਂ ਸੰਗਤਾਂ ਦਾ, ਪਿਆਰੀ ਸੰਗਤਾਂ ਦਾ, ਰੱਬ ਰੂਪੀ ਸੰਗਤਾਂ ਦਾ ਬਹੁਤ ਬਹੁਤ ਅਤੀ ਧੰਨਵਾਦ ਕਰਦਾ ਹਾਂ ਜੋ ਕਿ ਲਾਈਵ ਕੀਰਤਨ ਸਰਵਣ ਕਰਕੇ ਭਾਈ ਸਾਹਿਬ ਜੀ ਨੂੰ ਅਸੀਸਾਂ ਬਖਸ਼ ਰਹੇ ਹੋ, ਪਿਆਰ ਬਖਸ਼ ਰਹੇ ਹੋ, ਲਾਈਕ ਕਮੈਂਟਸ ਕਰ ਰਹੇ ਹੋ, ਸ਼ੇਅਰ ਵੀ ਕਰ ਰਹੇ ਹੋ ਤੇ ਨਾਲ ਹੀ ਸਰਵਣ ਵੀ ਕਰ ਰਹੇ ਹੋ। ਇਸ ਦੇ ਨਾਲ ਹੀ ਆਪ ਜੀ ਕੀਰਤਨ ਦੀ ਸਤਿਕਾਰ ਵਜੋਂ ਮਾਇਆ ਵੀ ਪੇਟੀਐਮ ਰਾਹੀਂ ਭੇਜ ਰਹੇ ਹੋ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਦਾਸ ਕਿ ਆਪ ਜੀ ਇਹ ਸੇਵਾ ਨਿਭਾ ਰਹੇ ਹੋ। ਆਪ ਜੀ ਦਾ ਮੈਂ ਅਤੀ ਧੰਨਵਾਦ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।